ਪਿਆਰੇ ਵਿਦਿਆਰਥੀਓ, ਮੈਂ ਹਰਮੀਤ ਕੌਰ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਨੂਨ ਬਰਕਤ ਜ਼ਿਲ੍ਹਾ ਗੁਰਦਾਸਪੁਰ ਤੋਂ ਹਾਂ। ਅੱਜ ਦੀ ਕਲਾਸ ਦੇ ਵਿੱਚ ਆਪਾਂ ਲੈਸਨ ਨੰਬਰ 12 ਚੈਪਟਰ ਨੰਬਰ 12 ਜਿਸ ਦਾ ਨਾਮ ਹੈ ਰਗੜ ਜਾਂ ਫ੍ਰਿਕਸ਼ਨ, ਉਸ ਬਾਰੇ ਪੜ੍ਹਾਂਗੇ। ਸੋ ਬੱਚਿਓ, ਸਭ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਰਗੜ ਕੀ ਹੈ। ਰਗੜ ਬਾਰੇ ਜਾਣਨ ਤੋਂ ਪਹਿਲਾਂ ਆਪਾਂ ਕੁਝ ਉਦਾਹਰਨਾਂ ਬਾਰੇ ਚਰਚਾ ਕਰਾਂਗੇ। ਜਿਵੇਂ ਤੁਸੀਂ ਆਪਣੀ ਡੇਲੀ ਲਾਈਫ ਦੇ ਵਿੱਚ ਦੇਖਦੇ ਹੋ, ਸਾਈਕਲ ਚੱਲਦਾ ਹੈ ਅਤੇ ਜਦੋਂ ਸਾਈਕਲ ਨੂੰ ਬ੍ਰੇਕ ਲਗਾਈ ਜਾਂਦੀ ਹੈ ਤਾਂ ਸਾਈਕਲ ਰੁਕ ਜਾਂਦਾ ਹੈ। ਸਾਈਕਲ ਕਿਉਂ ਰੁਕ ਜਾਂਦਾ ਹੈ, ਇਹ ਕਦੇ ਸੋਚਿਆ ਤੁਸੀਂ? ਜਦੋਂ ਚੱਲਦੀ ਸਾਈਕਲ ਨੂੰ ਬ੍ਰੇਕ ਲੱਗਦੀ ਹੈ ਤਾਂ ਰਗੜ ਬਲ ਕਾਰਨ ਸਾਈਕਲ ਰੁਕ ਜਾਂਦੀ ਹੈ। ਇਹ ਰਗੜ ਬਲ ਬ੍ਰੇਕ ਪੈਡ ਅਤੇ ਪਹੀਏ ਦੇ ਵਿੱਚ ਹੁੰਦਾ ਹੈ। ਇਸੇ ਤਰ੍ਹਾਂ ਦੂਸਰੀ ਉਦਾਹਰਨ ਦੀ ਚਰਚਾ ਕਰਦੇ ਹਾਂ। ਸਾਰੇ ਬੱਚੇ ਬਾਲ ਨਾਲ ਬੜੇ ਸ਼ੌਕ ਨਾਲ ਖੇਡਦੇ ਹਨ। ਜਦੋਂ ਬਾਲ ਨੂੰ ਆਪਾਂ ਫਰਸ਼ ਦੇ ਉੱਤੇ ਰੇੜਦੇ ਹਾਂ ਤਾਂ ਥੋੜ੍ਹੀ ਦੇਰ ਬਾਅਦ ਬਾਲ ਆਪਣੇ ਆਪ ਰੁਕ ਜਾਂਦੀ ਹੈ। ਬਾਲ ਕਿਉਂ ਰੁਕ ਜਾਂਦੀ ਹੈ? ਬਾਲ ਰਗੜ ਬਲ ਕਾਰਨ ਹੀ ਰੁਕ ਜਾਂਦੀ ਹੈ। ਰਗੜ ਬਲ ਬਾਲ ਅਤੇ ਫਰਸ਼ ਦੇ ਵਿਚਕਾਰ ਲੱਗਦਾ ਹੈ, ਜੋ ਕਿ ਗੇਂਦ ਦੀ ਗਤੀ ਨੂੰ ਰੋਕ ਦਿੰਦਾ ਹੈ। ਜਦੋਂ ਗੇਂਦ ਫਰਸ਼ 'ਤੇ ਰਿੜਦੀ ਹੈ ਤਾਂ ਗੇਂਦ ਅਤੇ ਫਰਸ਼ ਵਿਚਕਾਰ ਰਗੜ ਬਲ ਪੈਦਾ ਹੁੰਦਾ ਹੈ, ਜਿਸ ਕਰਕੇ ਗੇਂਦ ਕੁਝ ਦੇਰ ਬਾਅਦ ਰੁਕ ਜਾਂਦੀ ਹੈ। ਤੀਜੀ ਉਦਾਹਰਨ, ਜਦੋਂ ਕਦੀ ਅਸੀਂ ਮੁਲਾਇਮ ਜਾਂ ਗਿੱਲੇ ਫਰਸ਼ 'ਤੇ ਚੱਲਦੇ ਹਾਂ ਤਾਂ ਸਾਡਾ ਪੈਰ ਅਚਾਨਕ ਤਿਲਕ ਜਾਂਦਾ ਹੈ। ਕਿਉਂ ਤਿਲਕ ਜਾਂਦਾ ਹੈ? ਕਿਉਂਕਿ ਮੁਲਾਇਮ ਜਾਂ ਗਿੱਲਾ ਫਰਸ਼ ਬਿਲਕੁਲ ਵੀ ਰਗੜ ਪ੍ਰਦਾਨ ਨਹੀਂ ਕਰਦਾ। ਜਦੋਂ ਆਪਾਂ ਗਿੱਲੇ ਫਰਸ਼ 'ਤੇ ਚੱਲਦੇ ਹਾਂ ਤਾਂ ਰਗੜ ਬਿਲਕੁਲ ਘੱਟ ਜਾਂਦੀ ਹੈ, ਰਗੜ ਬਲ ਬਿਲਕੁਲ ਘੱਟ ਜਾਂਦਾ ਹੈ, ਜਿਹਦੇ ਨਾਲ ਕਿ ਵਿਅਕਤੀ ਅਚਾਨਕ ਤਿਲਕ ਕੇ ਡਿੱਗ ਜਾਂਦਾ ਹੈ। ਸੋ ਇਹਨਾਂ ਤਿੰਨਾਂ ਉਦਾਹਰਨਾਂ ਤੋਂ ਆਪਾਂ ਨੂੰ ਕੀ ਪਤਾ ਚੱਲਦਾ ਹੈ? ਜਦੋਂ ਦੋ ਸਤਹਾਂ ਇੱਕ ਦੂਜੀ ਦੇ ਸੰਪਰਕ ਵਿੱਚ ਆਉਂਦੀਆਂ ਹਨ ਅਤੇ ਇੱਕ ਸਤ੍ਹਾ ਦੂਜੀ 'ਤੇ ਗਤੀ ਕਰਦੀ ਹੈ ਤਾਂ ਰਗੜ ਬਲ ਜਾਂ ਫ੍ਰਿਕਸ਼ਨਲ ਫੋਰਸ ਪੈਦਾ ਹੁੰਦੀ ਹੈ। ਸੋ ਹੁਣ ਆਪਾਂ ਪਹੁੰਚ ਗਏ ਰਗੜ ਦੀ ਜਾਂ ਫ੍ਰਿਕਸ਼ਨ ਦੀ ਪਰਿਭਾਸ਼ਾ 'ਤੇ, ਇਸ ਦੀ ਡੈਫੀਨੇਸ਼ਨ 'ਤੇ। ਸੋ ਰਗੜ ਬਲ ਕੀ ਹੈ? ਸੰਪਰਕ ਵਿੱਚ ਰੱਖੇ ਦੋ ਤਲਾਂ ਦੇ ਵਿੱਚ ਸਾਪੇਖ ਗਤੀ ਜਾਂ ਰਿਲੇਟਿਵ ਮੋਸ਼ਨ ਦਾ ਵਿਰੋਧ ਕਰਨ ਵਾਲਾ ਬਲ ਰਗੜ ਬਲ ਅਖਵਾਉਂਦਾ ਹੈ ਅਤੇ ਰਗੜ ਬਲ ਹਮੇਸ਼ਾ ਦੋ ਤਲਾਂ 'ਤੇ ਕਾਰਜ ਕਰਦਾ ਹੈ। ਇਹ ਤੁਸੀਂ ਹਮੇਸ਼ਾ ਯਾਦ ਰੱਖਣਾ ਹੈ ਕਿ ਰਗੜ ਬਲ ਹਮੇਸ਼ਾ ਦੋ ਸਤਹਾਂ ਦੇ ਵਿੱਚ ਹੀ ਲੱਗੇਗਾ। ਸੋ ਰਗੜ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਦੇ ਲਈ ਆਪਾਂ ਕੁਝ ਕਿਰਿਆਵਾਂ ਕਰਾਂਗੇ। ਸੋ ਪਹਿਲੀ ਕਿਰਿਆ ਦੇ ਵਿੱਚ ਆਪਾਂ ਦੇਖਾਂਗੇ ਕਿ ਇੱਕ ਟੇਬਲ ਦੇ ਉੱਪਰ ਬੱਚਾ ਕਿਤਾਬ ਦੇ ਨਾਲ ਰਗੜ ਬਲ ਨੂੰ ਜਾਣਨ ਦੀ ਕੋਸ਼ਿਸ਼ ਕਰ ਰਿਹਾ ਹੈ। ਇੱਕ ਵਾਰੀ ਕਿਤਾਬ ਨੂੰ ਉਸਨੇ ਥੋੜ੍ਹੇ ਜਿਹੇ ਬਲ ਦੇ ਨਾਲ ਸੱਜੀ ਦਿਸ਼ਾ ਵੱਲ ਧੱਕਿਆ, ਫਿਰ ਥੋੜ੍ਹੇ ਜਿਹੇ ਬਲ ਦੇ ਨਾਲ ਕਿਤਾਬ ਨੂੰ ਖੱਬੀ ਦਿਸ਼ਾ ਵੱਲ ਧੱਕਿਆ। ਦੋਹਾਂ ਸਥਿਤੀਆਂ ਵਿੱਚ ਕੀ ਹੁੰਦਾ ਹੈ ਕਿ ਕਿਤਾਬ ਥੋੜ੍ਹਾ ਜਿਹਾ ਡਿਸਟੈਂਸ ਕਵਰ ਕਰਕੇ ਕਿਤਾਬ ਦੀ ਗਤੀ ਰੁਕ ਜਾਂਦੀ ਹੈ। ਸੋ ਕਿਤਾਬ ਦੀ ਗਤੀ ਕਿਉਂ ਰੁਕ ਜਾਂਦੀ ਹੈ? ਕਿਉਂਕਿ ਉੱਥੇ ਰਗੜ ਬਲ ਕੰਮ ਕਰ ਰਿਹਾ ਹੈ। ਰਗੜ ਬਲ ਕੰਮ ਕਰ ਰਿਹਾ ਹੈ ਕਿਤਾਬ ਅਤੇ ਮੇਜ਼ ਦੀ ਸਤ੍ਹਾ ਦੇ ਵਿੱਚ। ਜਦੋਂ ਕਿਤਾਬ ਨੂੰ ਸੱਜੀ ਦਿਸ਼ਾ ਤੋਂ ਬਲ ਲੱਗਦਾ ਹੈ ਤਾਂ ਰਗੜ ਖੱਬੀ ਦਿਸ਼ਾ ਤੋਂ ਕੰਮ ਕਰਦੀ ਹੈ, ਅਤੇ ਜਦੋਂ ਕਿਤਾਬ ਨੂੰ ਖੱਬੀ ਦਿਸ਼ਾ ਤੋਂ ਬਲ ਲੱਗਦਾ ਹੈ ਤਾਂ ਰਗੜ ਸੱਜੀ ਦਿਸ਼ਾ ਵੱਲ ਕੰਮ ਕਰਦੀ ਹੈ। ਸੋ ਰਗੜ ਬਲ ਹਮੇਸ਼ਾ ਲਗਾਏ ਗਏ ਬਲ ਦੀ ਉਲਟ ਦਿਸ਼ਾ ਵਿੱਚ ਕੰਮ ਕਰਦਾ ਹੈ। ਸੋ ਬੱਚਿਓ, ਜੋ ਰਗੜ ਹੈ ਉਹ ਸਤ੍ਹਾ ਦੇ ਪੱਧਰੇਪਨ 'ਤੇ ਨਿਰਭਰ ਕਰਦਾ ਹੈ ਜਾਂ ਨਹੀਂ ਕਰਦਾ? ਸਤ੍ਹਾ ਕਈ ਤਰ੍ਹਾਂ ਦੀ ਹੋ ਸਕਦੀ ਹੈ। ਜਿਵੇਂ ਤੁਸੀਂ ਪਿਕ ਦੇ ਵਿੱਚ ਦੇਖ ਰਹੇ ਹੋ, ਇਹ ਪੱਧਰੀ ਸਤ੍ਹਾ ਹੈ, ਬਿਲਕੁਲ ਪਲੇਨ ਸਰਫੇਸ ਹੈ। ਇਸ ਤੋਂ ਅੱਗੇ ਆਪਾਂ ਦੇਖਾਂਗੇ ਇੱਕ ਖੁਰਦਰੀ ਸਤ੍ਹਾ ਵੀ ਹੁੰਦੀ ਹੈ ਜਾਂ ਰਫ ਸਰਫੇਸ। ਖੁਰਦਰੀ ਸਤ੍ਹਾ ਦੇ ਉੱਤੇ ਰਗੜ ਬਲ ਜ਼ਿਆਦਾ ਕੰਮ ਕਰੇਗਾ। ਖੁਰਦਰੀ ਸਤ੍ਹਾ ਦੇ ਵਿੱਚ ਉੱਚੀਆਂ ਨੀਵੀਆਂ ਥਾਵਾਂ ਹੁੰਦੀਆਂ ਨੇ, ਇਰਰੈਗੂਲੈਰਿਟੀਜ਼ ਜ਼ਿਆਦਾ ਹੁੰਦੀਆਂ ਨੇ। ਸੋ ਇਹਨਾਂ ਚੀਜ਼ਾਂ ਨੂੰ ਕਰਨ ਤੋਂ ਪਹਿਲਾਂ ਆਪਾਂ ਇਹ ਦੇਖਾਂਗੇ ਕਿ ਰਗੜ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ ਕਿਹੜੇ ਹਨ। ਸੋ ਸਭ ਤੋਂ ਪਹਿਲਾ ਫੈਕਟਰ ਹੈ
ਦੋ ਤਲਾਂ ਦਾ ਸੁਭਾਅ ਰਗੜ ਨੂੰ ਪ੍ਰਭਾਵਿਤ ਕਰਦਾ ਹੈ। ਦੋ ਤਲਾਂ ਦੀ ਨੇਚਰ ਕਿ ਤਲ ਕਿਹੋ ਜਿਹਾ ਹੈ, ਇਹ ਚੀਜ਼ ਰਗੜ ਨੂੰ ਬਹੁਤ ਪ੍ਰਭਾਵਿਤ ਕਰਦੀ ਹੈ। ਜਿਵੇਂ ਕਿ ਤੁਸੀਂ ਵੇਖ ਰਹੇ ਹੋ ਕਿ ਇੱਥੇ ਇੱਕ ਕਿਰਿਆ ਕੀਤੀ ਜਾ ਰਹੀ ਹੈ। ਇਸ ਕਿਰਿਆ ਦੇ ਵਿੱਚ ਆਪਾਂ ਦੋ ਚੀਜ਼ਾਂ ਯੂਜ਼ ਕਰਾਂਗੇ, ਇੱਕ ਇੱਟ ਤੇ ਇੱਕ ਕਮਾਨੀਦਾਰ ਤੁਲਾ। ਕਮਾਨੀਦਾਰ ਤੁਲਾ ਜਾਂ ਸਪਰਿੰਗ ਬੈਲੈਂਸ ਇੱਕ ਅਜਿਹਾ ਯੰਤਰ ਹੈ ਜਿਸ ਦੇ ਨਾਲ ਕਿਸੇ ਵਸਤੂ ਉੱਤੇ ਲੱਗਣ ਵਾਲੇ ਬਲ ਨੂੰ ਮਾਪਿਆ ਜਾਂਦਾ ਹੈ ਅਤੇ ਇਸ ਵਿੱਚ ਇੱਕ ਕੁੰਡਲੀਦਾਰ ਸਪਰਿੰਗ ਹੁੰਦਾ ਹੈ ਜਿਸ ਵਿੱਚ ਬਲ ਨਾਲ ਪ੍ਰਸਾਰ ਹੋ ਜਾਂਦਾ ਹੈ। ਸੋ ਇਸ ਕਿਰਿਆ ਵਿੱਚ ਕੀ ਕੀਤਾ ਜਾਂਦਾ ਹੈ ਕਿ ਕਿਸੇ ਇੱਟ ਦੇ ਚੌਹਾਂ ਪਾਸਿਆਂ ਤੋਂ ਇੱਕ ਡੋਰੀ ਬੰਨ੍ਹ ਲਈ ਜਾਂਦੀ ਹੈ ਤੇ ਇੱਟ ਨੂੰ ਕਮਾਨੀਦਾਰ ਤੁਲਾ ਜਾਂ ਸਪਰਿੰਗ ਬੈਲੈਂਸ ਦੇ ਨਾਲ ਖਿੱਚਿਆ ਜਾਂਦਾ ਹੈ। ਇਸ ਨੂੰ ਖਿੱਚਣ ਲਈ ਕੁਝ ਬਲ ਲਗਾਉਣਾ ਪੈਂਦਾ ਹੈ। ਜਿਵੇਂ ਹੀ ਇੱਟ ਗਤੀ ਕਰਨਾ ਸ਼ੁਰੂ ਕਰਦੀ ਹੈ, ਕਮਾਨੀਦਾਰ ਤੁਲਾ ਦੀ ਰੀਡਿੰਗ ਨੋਟ ਕੀਤੀ ਜਾਂਦੀ ਹੈ। ਇਸ ਰੀਡਿੰਗ ਤੋਂ ਸਾਨੂੰ ਰਗੜ ਬਲ ਦਾ ਮਾਪ ਪ੍ਰਾਪਤ ਹੋ ਜਾਵੇਗਾ। ਦੂਸਰੇ ਕੇਸ ਦੇ ਵਿੱਚ ਆਪਾਂ ਕੀ ਕਰਾਂਗੇ, ਇੱਟ ਦੇ ਉੱਤੇ ਪੋਲੀਥੀਨ ਦਾ ਟੁਕੜਾ ਲਪੇਟਾਂਗੇ ਤੇ ਫਿਰ ਇਸੇ ਕਿਰਿਆ ਨੂੰ ਦੁਹਰਾਵਾਂਗੇ। ਮੀਨਸ ਕਮਾਨੀਦਾਰ ਤੁਲਾ ਦੇ ਨਾਲ ਇੱਟ ਨੂੰ ਖਿੱਚਣ ਦੀ ਕੋਸ਼ਿਸ਼ ਕਰਾਂਗੇ। ਇਸ ਟਾਈਮ ਵੀ ਆਪਾਂ ਸਪਰਿੰਗ ਬੈਲੈਂਸ ਦੀ ਰੀਡਿੰਗ ਨੋਟ ਕਰਾਂਗੇ। ਇਹਨਾਂ ਦੋਨਾਂ ਰੀਡਿੰਗਸ ਦੇ ਵਿੱਚ ਕੀ ਅੰਤਰ ਹੈ, ਇਹ ਸਾਨੂੰ ਦੱਸੇਗਾ ਕਿ ਰਗੜ ਬਲ ਕਿੰਨਾ ਦੋਨਾਂ ਸਤਹਾਂ ਤੇ ਲੱਗਿਆ, ਇੱਕ ਸਿੰਪਲ ਇੱਟ ਲਈ, ਇੱਕ ਪੋਲੀਥੀਨ ਦੇ ਟੁਕੜੇ ਵਾਲੀ ਇੱਟ ਲਈ। ਸੋ ਦੋਹਾਂ ਦੇ ਵਿੱਚ ਕੀ ਅੰਤਰ ਹੈ ਜਿਸ ਤੋਂ ਸਾਨੂੰ ਪਤਾ ਲੱਗੇਗਾ ਕਿ ਪੱਧਰਾ ਤਲ ਜਾਂ ਰਫ ਸਰਫੇਸ ਰਗੜ ਨੂੰ ਕਿੰਨਾ ਪ੍ਰਭਾਵਿਤ ਕਰਦੀ ਹੈ। ਸੋ ਦੂਸਰਾ ਹੈ ਆਪਣੇ ਕੋਲ ਜਿਹੜਾ ਫੈਕਟਰ ਜਿਹੜਾ ਰਗੜ ਨੂੰ ਪ੍ਰਭਾਵਿਤ ਕਰਦਾ ਹੈ, ਉਹ ਹੈ ਦਿੱਤੇ ਗਏ ਤਲਾਂ ਦੇ ਜੋੜੇ ਲਈ ਰਗੜ ਇਹਨਾਂ ਤਲਾਂ ਦੇ ਪੱਧਰੇਪਨ ਦੀ ਅਵਸਥਾ 'ਤੇ ਨਿਰਭਰ ਕਰਦੀ ਹੈ। ਮੀਨਸ ਕਿ ਜੋ ਵੀ ਸਾਨੂੰ ਤਲ ਦਿੱਤਾ ਗਿਆ ਹੈ ਉਸ ਦਾ ਕਿੰਨਾ ਪੱਧਰਾਪਨ ਹੈ, ਇਹ ਰਗੜ ਨੂੰ ਇਫੈਕਟ ਕਰਦਾ ਹੈ। ਸੋ ਇਸ ਨੂੰ ਸਮਝਣ ਦੇ ਲਈ ਵੀ ਇੱਕ ਕਿਰਿਆ ਆਪਾਂ ਸਕਰੀਨ ਦੇ ਉੱਪਰ ਦੇਖ ਰਹੇ ਹਾਂ। ਇਸ ਕਿਰਿਆ ਦੇ ਵਿੱਚ ਬੱਚਾ ਇੱਕ ਟੇਬਲ ਦੇ ਉੱਤੇ ਇੱਕ ਸਲਾਂਟਿੰਗ ਬੋਰਡ ਲਗਾਇਆ ਹੋਇਆ ਹੈ, ਉਸਨੇ ਉਸ ਬੋਰਡ ਤੋਂ ਉਹ ਪੈਨਸਿਲ ਸੈੱਲ ਨੂੰ ਸਰਕਾ ਰਿਹਾ ਹੈ। ਸਭ ਤੋਂ ਪਹਿਲਾਂ ਬੋਰਡ ਹੈ, ਮੁਲਾਇਮ ਫਰਸ਼ ਹੈ, ਮੁਲਾਇਮ ਸਤਹ ਹੈ, ਉਸ 'ਤੇ ਜਦੋਂ ਪੈਨਸਿਲ ਸੈੱਲ ਨੂੰ ਸਲਾਂਟਿੰਗ ਬੋਰਡ ਤੋਂ ਸਰਕਾਇਆ ਜਾਏਗਾ ਤਾਂ ਸੈੱਲ ਕੁਝ ਦੂਰੀ ਤੈਅ ਕਰੇਗਾ। ਇਸੇ ਕਿਰਿਆ ਨੂੰ ਫਿਰ ਦੁਹਰਾਇਆ ਜਾਂਦਾ ਹੈ ਉਸ ਮੇਜ਼ ਦੇ ਉੱਪਰ ਇੱਕ ਕੱਪੜਾ ਵਿਛਾ ਕੇ। ਜਦੋਂ ਉਸ ਉੱਤੇ ਕੱਪੜਾ ਵਿਛਾ ਲਿਆ, ਉਸ ਤੋਂ ਬਾਅਦ ਫਿਰ ਉਸ ਸਲਾਂਟਿੰਗ ਬੋਰਡ ਤੋਂ ਪੈਨਸਿਲ ਸੈੱਲ ਨੂੰ ਸਰਕਾਇਆ ਜਾਏਗਾ। ਫਿਰ ਸੈੱਲ ਕੁਝ ਦੂਰੀ ਤੈਅ ਕਰੇਗਾ। ਫਿਰ ਇਸ ਦਾ ਥਰਡ ਕੇਸ ਲਿਆ ਜਾਂਦਾ ਹੈ ਜਿਸ ਵਿੱਚ ਕੀ ਕੀਤਾ ਜਾਂਦਾ ਹੈ ਕਿ ਮੇਜ਼ ਦੇ ਉੱਤੇ ਰੇਤ ਵਿਛਾ ਲਈ ਜਾਂਦੀ ਹੈ। ਫਿਰ ਇਸ ਕਿਰਿਆ ਨੂੰ ਦੁਹਰਾਇਆ ਜਾਂਦਾ ਹੈ, ਪੈਨਸਿਲ ਸੈੱਲ ਨੂੰ ਬੋਰਡ ਤੋਂ ਹੇਠਾਂ ਸਰਕਾਇਆ ਜਾਂਦਾ ਹੈ। ਫਿਰ ਪੈਨਸਿਲ ਸੈੱਲ ਕੁਝ ਦੂਰੀ ਤੈਅ ਕਰੇਗਾ ਅਤੇ ਰੁਕ ਜਾਏਗਾ। ਸੋ ਇਸ ਐਕਟੀਵਿਟੀ ਤੋਂ ਕੀ ਰਿਜ਼ਲਟ ਆਪਾਂ ਕੱਢਦੇ ਹਾਂ ਕਿ ਪੱਧਰੀ ਸਤਹ ਉੱਤੇ ਪੈਨਸਿਲ ਸੈੱਲ ਜ਼ਿਆਦਾ ਦੂਰੀ ਤੈਅ ਕਰਦਾ ਹੈ, ਕੱਪੜੇ ਵਾਲੀ ਸਤਹ 'ਤੇ ਪੈਨਸਿਲ ਸੈੱਲ ਘੱਟ ਦੂਰੀ ਤੈਅ ਕਰਦਾ ਹੈ ਅਤੇ ਰੇਤ ਵਾਲੀ ਸਤਹ 'ਤੇ ਪੈਨਸਿਲ ਸੈੱਲ ਸਭ ਤੋਂ ਘੱਟ ਦੂਰੀ ਤੈਅ ਕਰਦਾ ਹੈ। ਸੋ ਜੋ ਸਤਹ ਦਾ ਸੁਭਾਅ ਹੈ ਉਹ ਇਹ ਦੱਸਦਾ ਹੈ ਕਿ ਜੋ ਰਗੜ ਬਲ ਹੈ ਉਹ ਅੰਤਰ ਬੰਧਨ ਕਰਕੇ ਹੀ ਰਗੜ ਹੁੰਦੀ ਹੈ। ਬੱਚਿਓ, ਜਿਵੇਂ ਤੁਸੀਂ ਇਸ ਪਿਕ ਦੇ ਵਿੱਚ ਦੇਖ ਰਹੇ ਹੋ, ਇੱਕ ਟੇਬਲ ਦੇ ਉੱਤੇ ਇੱਕ ਕਿਤਾਬ ਪਈ ਹੈ। ਜਦੋਂ ਉਸ ਦਾ ਆਪਾਂ ਐਨਲਾਰਜ ਵਿਊ ਕਰਕੇ ਦੇਖਦੇ ਹਾਂ, ਵੈਸੇ ਟੇਬਲ ਆਪਾਂ ਨੂੰ ਬਿਲਕੁਲ ਪਲੇਨ ਨਜ਼ਰ ਆਉਂਦੀ ਹੈ, ਬਟ ਫਿਰ ਵੀ ਉਹਦੇ ਵਿੱਚ ਛੋਟੀਆਂ-ਛੋਟੀਆਂ ਇਰਰੈਗੂਲਰਿਟੀਜ਼ ਹੁੰਦੀਆਂ ਨੇ। ਕਿਤਾਬ ਦੀਆਂ ਇਰਰੈਗੂਲਰਿਟੀਜ਼ ਤੇ ਟੇਬਲ ਦੀਆਂ ਇਰਰੈਗੂਲਰਿਟੀਜ਼ ਇੱਕ ਦੂਸਰੇ ਵਿੱਚ ਇੰਟਰਲੌਕ ਹੋ ਜਾਂਦੀਆਂ ਹਨ, ਫਸ ਜਾਂਦੀਆਂ ਹਨ, ਜਿਹਦੇ ਨਾਲ ਕਿ ਰਗੜ ਬਲ ਕੰਮ ਕਰਦਾ ਹੈ। ਸੋ ਰਗੜ ਬਲ ਜੋ ਹੈ ਉਹ ਸਤਹ ਦੀਆਂ ਅਨਿਯਮਤਾਵਾਂ ਜਾਂ ਇਰਰੈਗੂਲਰਿਟੀਜ਼ ਦੇ ਅੰਤਰਬੰਧਨ ਕਾਰਨ ਹੁੰਦਾ ਹੈ। ਇਸ ਤੋਂ ਬਾਅਦ ਆਪਾਂ ਥਰਡ ਫੈਕਟਰ ਦੇਖਾਂਗੇ ਜੋ ਰਗੜ ਨੂੰ ਪ੍ਰਭਾਵਿਤ ਕਰਦਾ ਹੈ, ਉਹ ਹੈ ਸਤਹਾਂ 'ਤੇ ਲਗਾਇਆ ਗਿਆ ਬਲ ਰਗੜ ਨੂੰ ਪ੍ਰਭਾਵਿਤ ਕਰਦਾ ਹੈ। ਮੀਨਸ ਕਿ ਦੋ ਸਤਹਾਂ ਆਪਾਂ ਲਈਆਂ ਹਨ ਜਿਨ੍ਹਾਂ ਦੇ ਉੱਤੇ ਰਗੜ ਬਲ ਕੰਮ ਕਰ ਰਿਹਾ ਹੈ। ਸੋ ਇਸ ਐਕਟੀਵਿਟੀ ਦੇ ਵਿੱਚ ਆਪਾਂ ਕੀ ਦੇਖਾਂਗੇ ਕਿ ਪਹਿਲਾਂ ਬੱਚਾ ਜੋ ਹੈ ਇੱਕ ਕੱਪੜੇ ਨੂੰ
ਫਰਸ਼ ਦੇ ਉੱਪਰ ਖਿੱਚ ਰਿਹਾ ਹੈ। ਕੱਪੜੇ ਉੱਪਰ ਕੁਝ ਨਹੀਂ ਹੈ, ਸਿੰਪਲ ਕੱਪੜਾ ਹੈ, ਉਸ ਨੂੰ ਖਿੱਚਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਤੁਸੀਂ ਵੇਖ ਰਹੇ ਹੋ ਕਿ ਉਹ ਕੱਪੜਾ ਆਸਾਨੀ ਦੇ ਨਾਲ ਖਿੱਚਿਆ ਜਾ ਰਿਹਾ ਹੈ। ਬੱਚੇ ਨੂੰ ਕੋਈ ਉਸ ਵਾਸਤੇ ਬਲ ਨਹੀਂ ਲਗਾਉਣਾ ਪੈ ਰਿਹਾ। ਹੁਣ ਇਸੇ ਕਿਰਿਆ ਨੂੰ ਉਸ ਕੱਪੜੇ ਉੱਪਰ ਇੱਕ ਬੱਚਾ ਬੈਠ ਗਿਆ ਹੈ, ਉਸ ਕੱਪੜੇ ਉੱਪਰ ਥੋੜ੍ਹਾ ਭਾਰ ਪੈ ਗਿਆ ਹੈ ਤੇ ਦੁਬਾਰਾ ਜਦੋਂ ਉਹਨੂੰ ਖਿੱਚਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਕੱਪੜੇ ਨੂੰ ਖਿੱਚਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਸ ਵਾਸਤੇ ਬਲ ਲਗਾਉਣਾ ਪੈ ਰਿਹਾ ਹੈ। ਕਿਉਂ ਬਲ ਲਗਾਉਣਾ ਪੈ ਰਿਹਾ ਹੈ? ਕਿਉਂਕਿ ਕੱਪੜੇ ਉੱਪਰ ਭਾਰ ਪੈ ਗਿਆ, ਉੱਪਰਲੀ ਸਤ੍ਹਾ 'ਤੇ ਬਲ ਲੱਗ ਗਿਆ, ਜਿਸ ਕਰਕੇ ਦੋਨਾਂ ਸਤਹਾਂ ਦੇ ਵਿੱਚ ਜੋ ਰਗੜ ਬਲ ਹੈ ਉਹ ਵੱਧ ਗਿਆ। ਸੋ ਜਿੰਨਾ ਬਲ ਲੱਗੇਗਾ ਉਨਾ ਹੀ ਰਗੜ ਬਲ ਪ੍ਰਭਾਵਿਤ ਹੋਏਗਾ। ਸੋ ਇਸ ਤੋਂ ਅੱਗੇ ਆਪਾਂ ਇਹ ਦੇਖਦੇ ਹਾਂ ਕਿ ਸਥਿਤਿਕ ਤੇ ਸਰਕਣਸ਼ੀਲ ਰਗੜ ਕੀ ਹੈ। ਰਗੜ ਦੀਆਂ ਇੱਥੇ ਆਪਾਂ ਦੋ ਕਿਸਮਾਂ ਕਰ ਰਹੇ ਹਾਂ, ਸਥਿਤਿਕ ਤੇ ਸਰਕਣਸ਼ੀਲ ਰਗੜ। ਤੁਸੀਂ ਆਪਣੇ ਅਨੁਭਵ ਨੂੰ ਯਾਦ ਕਰੋ ਕਿ ਜਦੋਂ ਤੁਸੀਂ ਕਿਸੇ ਭਾਰੀ ਬਕਸੇ ਨੂੰ ਇੱਕ ਥਾਂ ਤੋਂ ਦੂਜੀ ਥਾਂ 'ਤੇ ਖਿਸਕਾਉਂਦੇ ਹੋ ਤਾਂ ਤੁਸੀਂ ਕੀ ਅਨੁਭਵ ਕਰਦੇ ਹੋ? ਜਦੋਂ ਕਿਸੇ ਭਾਰੀ ਬਕਸੇ ਨੂੰ ਇੱਕ ਥਾਂ ਤੋਂ ਦੂਜੇ ਥਾਂ 'ਤੇ ਸਰਕਾਇਆ ਜਾਂਦਾ ਹੈ ਤਾਂ ਉਸ ਵਾਸਤੇ ਕਾਫੀ ਬਲ ਲਗਾਉਣਾ ਪੈਂਦਾ ਹੈ ਉਸ ਨੂੰ ਸਟਾਰਟ ਕਰਨ ਲਈ। ਬਟ ਇੱਕ ਵਾਰੀ ਜਦੋਂ ਉਹ ਬਾਕਸ ਉੱਥੋਂ ਖਿਸਕਣ ਲੱਗ ਪੈਂਦਾ ਹੈ ਤਾਂ ਬਲ ਆਪਾਂ ਨੂੰ ਘੱਟ ਲਗਾਉਣਾ ਪੈਂਦਾ ਹੈ। ਇਸੇ ਵਿੱਚ ਹੀ ਹੈ ਸਥਿਤਿਕ ਰਗੜ ਤੇ ਸਰਕਣਸ਼ੀਲ ਰਗੜ। ਸੋ ਸਥਿਤਿਕ ਰਗੜ ਕੀ ਹੈ? ਇਹ ਉਦੋਂ ਕਾਰਜ ਕਰਦੀ ਹੈ ਜਦੋਂ ਅਸੀਂ ਕਿਸੇ ਵਸਤੂ ਨੂੰ ਵਿਰਾਮ ਅਵਸਥਾ ਤੋਂ ਗਤੀ ਵਿੱਚ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ। ਮੀਨਸ ਕਿ ਵਸਤੂ ਵਿਰਾਮ ਅਵਸਥਾ ਵਿੱਚ ਹੈ ਤੇ ਅਸੀਂ ਉਸ ਦੀ ਗਤੀ ਕਰਵਾ ਰਹੇ ਹਾਂ ਬਲ ਲਗਾ ਕੇ। ਦੂਸਰੀ ਹੈ ਸਰਕਣਸ਼ੀਲ ਰਗੜ ਜਾਂ ਸਲਾਈਡਿੰਗ ਫ੍ਰਿਕਸ਼ਨ। ਇਹ ਉਦੋਂ ਕਾਰਜ ਕਰਦੀ ਹੈ ਜਦੋਂ ਕੋਈ ਵਸਤੂ ਕਿਸੇ ਹੋਰ ਵਸਤੂ 'ਤੇ ਸਰਕਣੀ ਗਤੀ ਕਰਦੀ ਹੈ। ਸਰਕਣੀ ਗਤੀ ਦਾ ਮਤਲਬ ਹੈ ਸਲਾਈਡ ਕਰਦੀ ਹੈ, ਜੋ ਪਹਿਲਾਂ ਤੋਂ ਹੀ ਗਤੀ ਦੇ ਵਿੱਚ ਹੈ ਤੇ ਹੋਰ ਜ਼ਿਆਦਾ ਬਲ ਲਗਾ ਕੇ ਉਸ ਦੀ ਸਰਕਣੀ ਗਤੀ ਜਿਹੜੀ ਹੈ ਉਹ ਆ ਗਈ ਹੈ। ਸੋ ਉਹ ਬਕਸਾ ਜੋ ਹੈ ਉਹ ਆਸਾਨੀ ਦੇ ਨਾਲ ਖਿਸਕਣਾ ਸ਼ੁਰੂ ਹੋ ਜਾਏਗਾ। ਸੋ ਬੱਚਿਓ, ਇਹ ਤਾਂ ਸੀ ਕਿ ਰਗੜ ਤੇ ਰਗੜ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ। ਉਮੀਦ ਕਰਦੀ ਹਾਂ ਤੁਹਾਨੂੰ ਹੁਣ ਤੱਕ ਦਾ ਪੜ੍ਹਾਇਆ ਟੌਪਿਕ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਹੁਣ ਆਪਾਂ ਅੱਗੇ ਚੱਲਦੇ ਹਾਂ। ਰਗੜ ਹਾਨੀਕਾਰਕ ਹੈ ਜਾਂ ਫਾਇਦੇਮੰਦ ਹੈ? ਇਹ ਕੀ ਸਾਡੇ ਲਈ ਇਸ ਦਾ ਕੀ ਫਾਇਦਾ ਹੈ, ਕੀ ਨੁਕਸਾਨ ਹੈ, ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ। ਸੋ ਬੱਚਿਓ, ਰਗੜ ਹਾਨੀਕਾਰਕ ਵੀ ਹੈ ਤੇ ਜ਼ਰੂਰੀ ਵੀ ਹੈ। ਪਹਿਲਾਂ ਆਪਾਂ ਇਹ ਦੇਖਾਂਗੇ ਕਿ ਰਗੜ ਜ਼ਰੂਰੀ ਕਿਉਂ ਹੈ, ਕਿਉਂ ਇਹ ਸਾਡੇ ਲਈ ਇੰਨੀ ਇੰਪੋਰਟੈਂਟ ਹੈ। ਇਸ ਦੇ ਕੁਝ ਫਾਇਦੇ ਦੇਖਾਂਗੇ ਆਪਾਂ। ਸੋ ਪਹਿਲਾ ਫਾਇਦਾ ਜੋ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ, ਰਗੜ ਕਾਰਨ ਹੀ ਕਿਸੇ ਵਸਤੂ ਨੂੰ ਫੜ ਕੇ ਰੱਖਿਆ ਜਾ ਸਕਦਾ ਹੈ। ਬੇਟੇ ਪਿਕ ਵਿੱਚ ਤੁਸੀਂ ਦੇਖ ਰਹੇ ਹੋ ਸਕਰੀਨ 'ਤੇ ਕਿ ਇੱਕ ਬੰਦੇ ਨੇ ਹੱਥ ਵਿੱਚ ਗਿਲਾਸ ਫੜਿਆ ਹੋਇਆ, ਕੱਚ ਦਾ ਗਿਲਾਸ ਫੜਿਆ ਹੈ, ਤੇ ਇੱਕ ਨੇ ਜੋ ਅਰਦਨ ਪੋਟ ਹੈ, ਮਿੱਟੀ ਦਾ ਜੋ ਗਮਲਾ ਹੈ, ਉਹ ਫੜਿਆ ਹੋਇਆ। ਦੋਹਾਂ ਦੇ ਵਿੱਚੋਂ ਕਿਸ ਨੂੰ ਫੜ ਕੇ ਰੱਖਣਾ ਆਸਾਨ ਹੈ? ਮਿੱਟੀ ਦੇ ਗਮਲੇ ਨੂੰ, ਕਿਉਂਕਿ ਕੱਚ ਦਾ ਗਿਲਾਸ ਜੋ ਹੈ ਉਹ ਮੁਲਾਇਮ ਹੈ, ਉਹ ਸਾਡੇ ਹੱਥ 'ਚੋਂ ਜਲਦੀ ਫਿਸਲ ਜਾਂਦਾ ਹੈ। ਸੋ ਬੱਚਿਓ, ਇਹ ਹੈ ਕਿ ਜੇ ਰਗੜ ਬਿਲਕੁਲ ਵੀ ਨਾ ਹੋਏਗੀ ਤਾਂ ਅਸੀਂ ਆਪਣੇ ਹੱਥ ਦੇ ਵਿੱਚ ਕੋਈ ਵੀ ਵਸਤੂ ਫੜ ਕੇ ਨਹੀਂ ਰੱਖ ਪਾਵਾਂਗੇ। ਦੂਸਰੇ ਫਾਇਦੇ ਵੱਲ ਚੱਲਦੇ ਹਾਂ, ਦੂਸਰੇ ਲਾਭ ਵੱਲ। ਰਗੜ ਦੇ ਕਾਰਨ ਹੀ ਅਸੀਂ ਜ਼ਮੀਨ 'ਤੇ ਚੱਲ ਫਿਰ ਸਕਦੇ ਹਾਂ। ਜਦੋਂ ਆਪਾਂ ਜ਼ਮੀਨ 'ਤੇ ਚੱਲਦੇ ਹਾਂ ਤਾਂ ਸਾਡੇ ਪੈਰਾਂ ਦੀ ਸਤ੍ਹਾ ਅਤੇ ਸੜਕ ਦੀ ਸਤ੍ਹਾ ਦੋਹਾਂ ਦੇ ਵਿੱਚ ਰਗੜ ਕਾਰਜ ਕਰਦੀ ਹੈ, ਜਿਸ ਦੇ ਨਾਲ ਹੀ ਅਸੀਂ ਚੱਲ ਫਿਰ ਸਕਦੇ ਹਾਂ। ਸਾਡੀ ਬੋਡੀ ਜਿਹੜੀ ਹੈ ਉਹ ਮੂਵ ਕਰ ਪਾਉਂਦੀ ਹੈ ਉਸ ਰਗੜ ਦੇ ਕਾਰਨ, ਕਿਉਂਕਿ ਜੇ ਰਗੜ ਬਿਲਕੁਲ ਘੱਟ ਹੋਏਗੀ ਅਸੀਂ ਫਿਸਲ ਜਾਵਾਂਗੇ, ਰਗੜ ਬਹੁਤ ਜ਼ਿਆਦਾ ਹੋਏਗੀ ਅਸੀਂ ਚੱਲ ਹੀ ਨਹੀਂ ਪਾਵਾਂਗੇ। ਸੋ ਇਹ ਬੈਲੈਂਸ ਰਹਿੰਦਾ ਹੈ, ਜਿਸ ਦੇ ਕਾਰਨ ਅਸੀਂ ਚੱਲ ਫਿਰ ਸਕਦੇ ਹਾਂ। ਲਿਖਣ ਦੇ ਲਈ ਵੀ ਰਗੜ ਹੀ ਰਿਸਪੌਂਸੀਬਲ ਹੈ। ਜਦੋਂ ਆਪਾਂ ਪੈਨ ਦੇ ਨਾਲ ਕਾਪੀ ਦੇ ਉੱਤੇ ਲਿਖਦੇ ਹਾਂ ਤਾਂ ਪੈਨ ਤੇ ਕਾਪੀ ਦੇ ਵਿੱਚ ਰਗੜ ਬਲ ਕਾਰਜ ਕਰਦਾ ਹੈ, ਜਿਸ ਦੇ ਨਾਲ ਕਿ ਸਾਡੀ ਲਿਖਾਵਟ ਜੋ ਹੈ ਉਹ ਕਾਪੀ ਦੇ ਉੱਪਰ ਆ ਜਾਂਦੀ ਹੈ। ਇਸੇ ਤਰ੍ਹਾਂ ਹੀ ਜਦੋਂ ਬਲੈਕ ਬੋਰਡ ਦੇ ਉੱਪਰ ਲਿਖਿਆ ਜਾਂਦਾ ਹੈ, ਉੱਥੇ ਵੀ ਚੌਕ ਅਤੇ ਬਲੈਕ ਬੋਰਡ ਦੀ ਸਰਫੇਸ ਦੇ ਵਿੱਚ ਰਗੜ ਬਲ ਕਾਰਜ ਕਰਦਾ ਹੈ, ਜਿਹਦੇ ਨਾਲ ਕਿ ਉੱਥੇ ਲਿਖਿਆ ਜਾਂਦਾ ਹੈ। ਅਗਲਾ ਫਾਇਦਾ ਕੀ ਹੈ ਇਸ ਦਾ? ਕਿ ਜਿੰਨੇ ਵੀ ਵਹੀਕਲਸ ਨੇ ਉਹ ਰਗੜ ਕਰਕੇ ਹੀ ਆਪਣੀ ਗਤੀ ਸ਼ੁਰੂ ਕਰਦੇ ਹਨ
ਅਤੇ ਰਗੜ ਦੇ ਕਾਰਨ ਹੀ ਆਪਣੀ ਗਤੀ ਜੋ ਹੈ ਉਹ ਖਤਮ ਕਰ ਪਾਉਂਦੇ ਹਨ। ਮੀਨਸ ਕਿ ਵਾਹਨਾਂ ਦਾ ਚੱਲਣਾ ਤੇ ਰੁਕਣਾ ਰਗੜ ਦੇ ਉੱਤੇ ਨਿਰਭਰ ਕਰਦਾ ਹੈ। ਅਗਲੇ ਇਸ ਤੋਂ ਇਲਾਵਾ ਇਸ ਦੇ ਕੁਝ ਹੋਰ ਵੀ ਫਾਇਦੇ ਨੇ, ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ। ਇੱਕ ਹੈ ਮਾਚਿਸ ਦਾ ਬਲਣਾ। ਘਰਾਂ ਦੇ ਵਿੱਚ ਜਦੋਂ ਆਪਾਂ ਅੱਗ ਜਲਾਉਂਦੇ ਹਾਂ ਤਾਂ ਮਾਚਿਸ ਦੀ ਤੀਲੀ ਨੂੰ ਮਾਚਿਸ ਦੇ ਉੱਪਰ ਰਗੜਦੇ ਹਾਂ। ਉਸ ਰਗੜਨ ਦੇ ਨਾਲ ਹੀ ਮਾਚਿਸ ਦੀ ਤੀਲੀ ਜੋ ਹੈ ਉਹ ਬਲਦੀ ਹੈ। ਅਗਲਾ ਹੈ ਇਮਾਰਤਾਂ ਦਾ ਨਿਰਮਾਣ। ਜਿੰਨੀਆਂ ਵੀ ਇਮਾਰਤਾਂ ਦਾ ਨਿਰਮਾਣ ਹੁੰਦਾ ਹੈ ਜ਼ਮੀਨ ਦੇ ਉੱਤੇ ਰਗੜ ਦੇ ਕਾਰਨ ਹੀ ਹੁੰਦਾ ਹੈ, ਕਿਉਂਕਿ ਰਗੜ ਹੋਏਗੀ ਤਾਂ ਇਮਾਰਤ ਜੋ ਹੈ ਉਹ ਆਪਣੀ ਇੱਕ ਸਥਿਰ ਅਵਸਥਾ ਦੇ ਵਿੱਚ ਖੜੀ ਰਹੇਗੀ। ਜਦੋਂ ਆਪਾਂ ਦੀਵਾਰ ਦੇ ਵਿੱਚ ਕਿੱਲ ਗੱਡਦੇ ਹਾਂ ਤਾਂ ਉਹ ਕਿੱਲ ਗੱਡਿਆ ਜਾਂਦਾ ਹੈ ਰਗੜ ਕਰਕੇ। ਜੇ ਰਗੜ ਨਹੀਂ ਹੋਏਗੀ ਤਾਂ ਦੀਵਾਰ ਦੇ ਵਿੱਚ ਕਿੱਲ ਲੱਗੇਗਾ ਹੀ ਨਹੀਂ, ਉਹ ਫਿਸਲ ਕੇ ਹੇਠਾਂ ਡਿੱਗ ਪਏਗਾ। ਜੋ ਚੀਜ਼ਾਂ ਨੇ ਆਪਣੇ ਆਲੇ ਦੁਆਲੇ ਉਹ ਆਪਣੇ ਥਾਂ 'ਤੇ ਟਿਕੀਆਂ ਰਹਿੰਦੀਆਂ ਹਨ ਰਗੜ ਬਲ ਕਾਰਨ। ਸੋ ਇਸ ਤੋਂ ਆਪਾਂ ਨੂੰ ਇਹ ਪਤਾ ਲੱਗਦਾ ਹੈ ਕਿ ਰਗੜ ਦੇ ਬਹੁਤ ਜ਼ਿਆਦਾ ਫਾਇਦੇ ਹਨ। ਆਪਾਂ ਆਪਣੀ ਡੇਲੀ ਲਾਈਫ ਦੇ ਵਿੱਚ ਬਹੁਤ ਸਾਰੇ ਕੰਮ ਕਰਦੇ ਹਾਂ, ਬਟ ਅਸੀਂ ਇਹ ਨਹੀਂ ਜਾਣਦੇ ਕਿ ਇਹਨਾਂ ਵਿੱਚੋਂ ਬਹੁਤ ਸਾਰੀਆਂ ਜਿਹੜੀਆਂ ਕਿਰਿਆਵਾਂ ਨੇ ਉਹ ਰਗੜ 'ਤੇ ਨਿਰਭਰ ਹਨ। ਸੋ ਕੁਝ ਹਾਨੀਕਾਰਕ ਫੈਕਟਰਸ ਵੀ ਹਨ ਰਗੜ ਦੇ। ਜੋ ਰਗੜ ਹੈ ਉਹ ਕੁਝ ਤਰੀਕਿਆਂ ਨਾਲ ਸਾਡੇ ਲਈ ਹਾਨੀਕਾਰਕ ਵੀ ਹੈ। ਸੋ ਪਹਿਲੀ ਇਹਦੀ ਹਾਨੀ ਕੀ ਹੈ? ਵਸਤੂਆਂ ਦਾ ਘਸ ਜਾਣਾ। ਤੁਸੀਂ ਦੇਖਿਆ ਹੋਣਾ ਕਿ ਜਿਹੜੇ ਤੁਸੀਂ ਸ਼ੂਜ਼ ਪਾਉਂਦੇ ਹੋ 3-4 ਮਹੀਨੇ ਬਾਅਦ ਜਾਂ 6 ਮਹੀਨੇ ਬਾਅਦ ਉਹਨਾਂ ਦਾ ਤਲਾ ਜੋ ਹੈ ਹੇਠਾਂ ਤੋਂ ਬਿਲਕੁਲ ਘਸ ਜਾਂਦਾ ਹੈ। ਉਹ ਕਿਉਂ ਘਸਦਾ ਹੈ? ਰਗੜ ਦੇ ਕਾਰਨ। ਸੜਕ ਦੀ ਸਤਹ ਤੇ ਬੂਟਾਂ ਦੀ ਸਤਹ ਹੇਠਲੀ ਸਤਹ ਦੇ ਵਿੱਚ ਰਗੜ ਬਲ ਕੰਮ ਕਰਦੀ ਹੈ, ਜਿਹਦੇ ਨਾਲ ਕਿ ਉਹ ਜੋ ਵਸਤੂ ਹੈ ਜਾਂ ਜੋ ਤੁਹਾਡੇ ਸ਼ੂਜ਼ ਨੇ ਉਹ ਹੌਲੀ ਹੌਲੀ ਘਸ ਜਾਂਦੇ ਹਨ। ਇਸੇ ਤਰ੍ਹਾਂ ਮਸ਼ੀਨਾਂ ਦੇ ਪੁਰਜੇ ਜੋ ਹਨ ਉਹ ਵੀ ਰਗੜ ਕਾਰਨ ਘਸ ਜਾਂਦੇ ਹਨ। ਦੂਸਰਾ ਇਹਦਾ ਕੀ ਨੈਗੇਟਿਵ ਪੁਆਇੰਟ ਹੈ ਕਿ ਰਗੜ ਕਾਰਨ ਗਰਮੀ ਪੈਦਾ ਹੁੰਦੀ ਹੈ, ਹੀਟ ਪੈਦਾ ਹੁੰਦੀ ਹੈ। ਅਤੇ ਰਗੜ ਤੋਂ ਜੋ ਗਰਮੀ ਪੈਦਾ ਹੁੰਦੀ ਹੈ ਉਸ ਦੇ ਨਾਲ ਕਾਫੀ ਊਰਜਾ ਜੋ ਹੈ ਉਹ ਨਸ਼ਟ ਹੋ ਜਾਂਦੀ ਹੈ। ਤੁਸੀਂ ਵੇਖਿਆ ਹੋਣਾ ਕਿ ਜੋ ਬਿਜਲੀ ਦਾ ਮਿਕਸਰ ਹੈ ਜਦੋਂ ਉਹਨੂੰ ਆਪਾਂ ਕੁਝ ਦੇਰ ਤੱਕ ਚਲਾਉਂਦੇ ਹਾਂ ਤਾਂ ਉਸ ਦਾ ਜਾਰ ਗਰਮ ਹੋ ਜਾਂਦਾ ਹੈ। ਉਹ ਕਿਉਂ ਗਰਮ ਹੋ ਜਾਂਦਾ ਹੈ? ਰਗੜ ਕਾਰਨ। ਠੀਕ ਹੈ। ਸੋ ਰਗੜ ਤੋਂ ਗਰਮੀ ਕਾਰਨ ਕਾਫੀ ਊਰਜਾ ਨਸ਼ਟ ਹੋ ਜਾਂਦੀ ਹੈ। ਅਗਲੀ ਹਾਨੀ ਹੈ ਰਗੜ ਕਾਰਨ ਜੰਗਲਾਂ ਨੂੰ ਅੱਗ ਲੱਗਣਾ। ਜਦੋਂ ਜੰਗਲ ਦੇ ਵਿੱਚ ਦਰਖਤ ਆਪਸ ਦੇ ਵਿੱਚ ਰਗੜ ਖਾਂਦੇ ਹਨ ਤਾਂ ਉਸ ਰਗੜ ਦੇ ਨਾਲ ਗਰਮੀ ਪੈਦਾ ਹੁੰਦੀ ਹੈ, ਜਿਸ ਕਰਕੇ ਅੱਗ ਲੱਗ ਜਾਂਦੀ ਹੈ ਅਤੇ ਇਸ ਤਰ੍ਹਾਂ ਉਹ ਅੱਗ ਸਾਰੇ ਜੰਗਲ ਵਿੱਚ ਫੈਲ ਕੇ ਪੂਰੇ ਜੰਗਲ ਨੂੰ ਖਤਮ ਕਰ ਦਿੰਦੀ ਹੈ। ਸੋ ਇਹ ਵੀ ਰਗੜ ਦਾ ਇੱਕ ਹਾਨੀਕਾਰਕ ਪੁਆਇੰਟ ਹੈ ਕਿ ਰਗੜ ਦੇ ਨਾਲ ਜੰਗਲਾਂ ਨੂੰ ਅੱਗ ਲੱਗ ਜਾਂਦੀ ਹੈ। ਹੁਣ ਤੱਕ ਆਪਾਂ ਜਿੰਨਾ ਵੀ ਪੜ੍ਹਿਆ ਉਸ ਦੀ ਹੁਣ ਆਪਾਂ ਦੁਹਰਾਈ ਕਰਾਂਗੇ। ਇਹ ਦੁਹਰਾਈ MCQs ਦੀ ਫਾਰਮ ਦੇ ਵਿੱਚ ਕਰਾਂਗੇ ਅਤੇ ਫਿਲਅਪ ਦੀ ਫਾਰਮ ਦੇ ਵਿੱਚ ਕਰਾਂਗੇ। ਸੋ ਪਹਿਲਾਂ ਆਪਾਂ ਦੇਖਦੇ ਹਾਂ MCQ। ਮੇਜ਼ ਉੱਤੇ ਰੱਖੀ ਇੱਕ ਕਿਤਾਬ ਨੂੰ ਧੱਕਾ ਮਾਰਿਆ ਗਿਆ ਅਤੇ ਵੇਖਿਆ ਕਿ ਉਹ ਕਿਤਾਬ ਕੁਝ ਦੂਰੀ 'ਤੇ ਚੱਲ ਕੇ ਰੁਕ ਜਾਂਦੀ ਹੈ। ਅਜਿਹਾ ਕਿਸ ਬਲ ਕਾਰਨ ਹੁੰਦਾ ਹੈ? ਗੁਰਤਵੀ ਬਲ ਕਾਰਨ, ਬਿਜਲਈ ਬਲ ਕਾਰਨ, ਰਗੜ ਬਲ ਕਾਰਨ ਜਾਂ ਇਹਨਾਂ ਵਿੱਚੋਂ ਕੋਈ ਵੀ ਨਹੀਂ। ਤੁਸੀਂ ਸਮਝ ਸਕਦੇ ਹੋ ਕਿ ਇਹ ਰਗੜ ਬਲ ਕਾਰਨ ਹੁੰਦਾ ਹੈ। ਸੋ ਇਸ ਦਾ ਉੱਤਰ ਹੈ ਰਗੜ ਬਲ। ਅਗਲਾ ਪ੍ਰਸ਼ਨ, ਵਿਅਕਤੀ ਦਾ ਪੈਰ ਕੇਲੇ ਦੀ ਛਿੱਲੜ 'ਤੇ ਪੈਣ ਕਾਰਨ ਉਹ ਤਿਲਕ ਜਾਂਦਾ ਹੈ। ਅਜਿਹਾ ਕਿਸ ਕਾਰਨ ਹੋਇਆ? ਰਗੜ ਬਲ ਵਧਣ ਕਾਰਨ, ਰਗੜ ਬਲ ਘਟਣ ਕਾਰਨ, ਗੁਰਤਵੀ ਬਲ ਵਧਣ ਕਾਰਨ ਜਾਂ ਗੁਰਤਵੀ ਬਲ ਘਟਣ ਕਾਰਨ। ਸੋ ਬੱਚਿਓ ਇਸ ਦਾ ਆਨਸਰ ਸੋਚੋ। ਇਸ ਦਾ ਆਨਸਰ ਹੋਏਗਾ ਰਗੜ ਬਲ ਘਟਣ ਕਾਰਨ। ਜਦੋਂ ਵਿਅਕਤੀ ਦਾ ਪੈਰ ਕੇਲੇ ਦੀ ਛਿੱਲੜ 'ਤੇ ਪੈਂਦਾ ਹੈ ਤੇ ਪੈਰ ਦੀ ਸਤਹ ਤੇ ਧਰਤੀ ਦੀ ਸਤਹ ਦੇ ਵਿੱਚ ਰਗੜ ਘਟ ਜਾਂਦੀ ਹੈ, ਜਿਹਦੇ ਕਰਕੇ ਵਿਅਕਤੀ ਤਿਲਕ ਕੇ ਡਿੱਗ ਪੈਂਦਾ ਹੈ। ਇਸੇ ਤਰ੍ਹਾਂ ਆਪਾਂ ਕਰਦੇ ਹਾਂ ਅਗਲਾ ਪ੍ਰਸ਼ਨ, ਰਗੜ ਹਾਨੀਕਾਰਕ ਵੀ ਹੈ ਤੇ ਜ਼ਰੂਰੀ ਵੀ। ਰਗੜ ਸਾਡੇ ਲਈ ਹਾਨੀਕਾਰਕ ਕਿਉਂ ਹੈ? ਕੀ ਰਗੜ ਕਾਰਨ ਵਸਤੂਆਂ ਘਸ ਜਾਂਦੀਆਂ ਹਨ? ਰਗੜ ਗਰਮੀ ਪੈਦਾ ਕਰਦੀ ਹੈ? ਇਹ ਦੋਵੇਂ ਆਪਸ਼ਨਸ ਆ ਸਕਦੀਆਂ ਹਨ ਜਾਂ ਇਹਨਾਂ ਵਿੱਚੋਂ ਕੋਈ ਵੀ ਨਹੀਂ। ਬਿਲਕੁਲ ਸਹੀ,
ਊੜਾ ਅਤੇ ਐੜਾ ਦੋਵੇਂ ਹੀ ਸਹੀ ਹਨ। ਰਗੜ ਕਾਰਨ ਵਸਤੂਆਂ ਘਸਦੀਆਂ ਵੀ ਹਨ ਤੇ ਰਗੜ ਨਾਲ ਗਰਮੀ ਵੀ ਪੈਦਾ ਹੁੰਦੀ ਹੈ। ਅਗਲਾ ਪ੍ਰਸ਼ਨ, ਘਰ ਵਿੱਚ ਇੱਕ ਭਾਰੀ ਬਕਸੇ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਖਿਸਕਾਉਣ ਲਈ ਅਸੀਂ ਨੋਟ ਕੀਤਾ ਕਿ ਰੁਕੇ ਹੋਏ ਬਕਸੇ ਨੂੰ ਵਿਰਾਮ ਅਵਸਥਾ ਤੋਂ ਗਤੀ ਵਿੱਚ ਲੈ ਕੇ ਆਉਣਾ ਮੁਸ਼ਕਲ ਸੀ, ਜਦਕਿ ਬਕਸੇ ਨੂੰ ਉਸੇ ਚਾਲ ਨਾਲ ਗਤੀਸ਼ੀਲ ਰੱਖਣਾ ਆਸਾਨ ਸੀ। ਅਜਿਹਾ ਕਿਉਂ ਸੀ? ਪਿਆਰੇ ਬੱਚਿਓ, ਜਦੋਂ ਆਪਾਂ ਸਰਕਨਸ਼ੀਲ ਰਗੜ ਤੇ ਸਥਿਤਿਕ ਰਗੜ ਬਾਰੇ ਪੜ੍ਹਿਆ ਸੀ, ਉਸ ਨੂੰ ਯਾਦ ਕਰੋ। ਇਸ ਦਾ ਆਨਸਰ ਉਸੇ ਵਿੱਚ ਹੀ ਹੈ। ਇਸ ਦਾ ਆਨਸਰ ਹੈ ਕਿ ਸਰਕਨਸ਼ੀਲ ਰਗੜ ਸਥਿਤਿਕ ਰਗੜ ਤੋਂ ਘੱਟ ਹੁੰਦੀ ਹੈ। ਨੈਕਸਟ ਕੁਐਸਚਨ, ਰਗੜ ਬਲ ਨੂੰ ਕਿਸ ਯੰਤਰ ਨਾਲ ਮਾਪਿਆ ਜਾ ਸਕਦਾ ਹੈ? ਕਮਾਨੀਦਾਰ ਤੁਲਾ, ਬਾਲ ਬੇਅਰਿੰਗ, ਲੀਵਰ ਜਾਂ ਵੋਲਟਮੀਟਰ? ਉੱਤਰ ਹੋਏਗਾ ਕਮਾਨੀਦਾਰ ਤੁਲਾ ਜਾਂ ਸਪਰਿੰਗ ਬੈਲੈਂਸ। ਸੋ ਇਸੇ ਤਰ੍ਹਾਂ ਪਿਆਰੇ ਬੱਚਿਓ, ਹੁਣ ਕੁਝ ਖਾਲੀ ਥਾਵਾਂ ਆਪਾਂ ਵੇਖਾਂਗੇ। ਪਹਿਲਾ ਹੈ, ਰਗੜ ਸਤ੍ਹਾ ਦੇ ਡੈਸ਼ ਉੱਤੇ ਨਿਰਭਰ ਕਰਦੀ ਹੈ। ਇਸ ਦਾ ਉੱਤਰ ਰਗੜ ਸਤ੍ਹਾ ਦੇ ਪੱਧਰੇਪਨ ਉੱਤੇ ਨਿਰਭਰ ਕਰਦੀ ਹੈ, ਕਿ ਸਤ੍ਹਾ ਜੋ ਹੈ ਉਹ ਕਿੰਨੀ ਪੱਧਰੀ ਹੈ ਜਾਂ ਕਿੰਨੀ ਖੁਰਦਰੀ ਹੈ, ਇਸ ਚੀਜ਼ ਦੇ ਉੱਤੇ ਨਿਰਭਰ ਕਰਦਾ ਹੈ। ਸੋ ਇਸ ਡੈਸ਼ ਦੇ ਵਿੱਚ ਆਏਗਾ ਪੱਧਰਾਪਨ ਜਾਂ ਮੁਲਾਇਮਪਨ। ਰਗੜ ਨਾਲ ਡੈਸ਼ ਪੈਦਾ ਹੁੰਦੀ ਹੈ। ਰਗੜ ਦੇ ਨਾਲ ਗਰਮੀ ਪੈਦਾ ਹੁੰਦੀ ਹੈ। ਰਗੜ ਇੱਕ ਦੂਜੇ ਦੇ ਸੰਪਰਕ ਵਿੱਚ ਰੱਖੀਆਂ ਦੋ ਵਸਤੂਆਂ ਦੇ ਸਤ੍ਹਾ ਦੇ ਵਿੱਚ ਡੈਸ਼ ਦਾ ਵਿਰੋਧ ਕਰਦੀ ਹੈ, ਗਤੀ ਦਾ ਵਿਰੋਧ ਕਰਦੀ ਹੈ। ਰਗੜ ਬਲ ਹਮੇਸ਼ਾ ਗਤੀ ਦੀ ਦਿਸ਼ਾ ਤੋਂ ਉਲਟ ਦਿਸ਼ਾ ਵੱਲ ਕੰਮ ਕਰਦੀ ਹੈ, ਸੋ ਗਤੀ ਦਾ ਵਿਰੋਧ ਕਰਦੀ ਹੈ। ਪਿਆਰੇ ਬੱਚਿਓ, ਹੁਣ ਕੁਝ ਪ੍ਰਸ਼ਨਾਂ ਦੇ ਉੱਤਰ ਲੱਭਣ ਦੀ ਕੋਸ਼ਿਸ਼ ਕਰਾਂਗੇ ਆਪਾਂ। ਪਹਿਲਾ ਪ੍ਰਸ਼ਨ ਹੈ, ਮੰਨ ਲਓ ਦੁਰਘਟਨਾ ਕਾਰਨ ਸਾਬਣ ਦੇ ਪਾਣੀ ਨਾਲ ਭਰੀ ਬਾਲਟੀ ਸੰਗਮਰਮਰ ਦੇ ਕਿਸੇ ਫਰਸ਼ ਉੱਤੇ ਉਲਟ ਜਾਂਦੀ ਹੈ। ਇਸ ਗਿੱਲੇ ਫਰਸ਼ ਉੱਤੇ ਚੱਲਣਾ ਆਸਾਨ ਹੋਵੇਗਾ ਜਾਂ ਔਖਾ? ਪਿਆਰੇ ਬੱਚਿਓ, ਅਸੀਂ ਜਾਣਦੇ ਹਾਂ ਕਿ ਚੱਲਣ ਦੇ ਲਈ ਰਗੜ ਹੋਣਾ ਬਹੁਤ ਜ਼ਰੂਰੀ ਹੈ। ਸਾਬਣ ਦਾ ਪਾਣੀ ਡਿੱਗਣ ਦੇ ਨਾਲ ਫਰਸ਼ 'ਤੇ ਚੱਲਣਾ ਮੁਸ਼ਕਿਲ ਹੋ ਜਾਂਦਾ ਹੈ। ਕਿਉਂ? ਕਿਉਂਕਿ ਇਸ ਅਵਸਥਾ ਵਿੱਚ ਸਾਬਣ ਵਾਲਾ ਪਾਣੀ ਫਰਸ਼ ਦੇ ਉੱਤੇ ਇੱਕ ਪਰਤ ਬਣਾ ਲੈਂਦਾ ਹੈ, ਜਿਸ ਨਾਲ ਸਤ੍ਹਾ ਦੀਆਂ ਅਨਿਯਮਤਾਵਾਂ ਦਾ ਆਪਸੀ ਬੰਧਨ ਬਹੁਤ ਘੱਟ ਹੋ ਜਾਂਦਾ ਹੈ ਅਤੇ ਵਿਅਕਤੀ ਨੂੰ ਚੱਲਣ ਵਿੱਚ ਔਖ ਮਹਿਸੂਸ ਹੋਏਗੀ। ਅਗਲਾ ਪ੍ਰਸ਼ਨ ਦੇਖਦੇ ਹਾਂ। ਇਕਬਾਲ ਨੇ ਇੱਕ ਹਲਕਾ ਬਕਸਾ ਧੱਕਣਾ ਹੈ ਅਤੇ ਸੀਮਾ ਨੇ ਉਸੇ ਫਰਸ਼ ਉੱਤੇ ਭਾਰਾ ਬਕਸਾ ਧੱਕਣਾ ਹੈ। ਕੌਣ ਵਧੇਰੇ ਰਗੜ ਬਲ ਮਹਿਸੂਸ ਕਰੇਗਾ ਅਤੇ ਕਿਉਂ? ਪਿਆਰੇ ਬੱਚਿਓ, ਦਬਾਅ ਵਧਣ ਨਾਲ ਜਾਂ ਸਤ੍ਹਾ ਉੱਤੇ ਬਲ ਲੱਗਣ ਦੇ ਨਾਲ ਰਗੜ ਬਲ ਵੀ ਵੱਧ ਜਾਂਦਾ ਹੈ। ਤੁਹਾਨੂੰ ਯਾਦ ਹੋਏਗਾ ਕਿ ਇੱਕ ਵੀਡੀਓ ਇਸ ਦੇ ਵਿੱਚ ਆਪਾਂ ਦੇਖੀ ਹੈ, ਜਿਸ ਵਿੱਚ ਇੱਕ ਬੱਚਾ ਖਾਲੀ ਚਾਦਰ ਖਿੱਚ ਰਿਹਾ ਹੈ, ਫਿਰ ਉਸ ਤੋਂ ਬਾਅਦ ਉਸ ਚਾਦਰ ਦੇ ਉੱਤੇ ਭਾਰ ਪਾ ਕੇ ਉਸ ਨੂੰ ਖਿੱਚ ਰਿਹਾ ਹੈ। ਤਾਂ ਭਾਰ ਵਾਲੀ ਚਾਦਰ ਨੂੰ ਖਿੱਚਣਾ ਮੁਸ਼ਕਲ ਹੁੰਦਾ ਹੈ, ਉੱਥੇ ਰਗੜ ਜ਼ਿਆਦਾ ਹੁੰਦੀ ਹੈ। ਸੋ ਸੀਮਾ ਵਧੇਰੇ ਰਗੜ ਬਲ ਮਹਿਸੂਸ ਕਰੇਗੀ, ਕਿਉਂਕਿ ਭਾਰੀ ਬਕਸੇ ਦੇ ਉੱਪਰ ਵੱਧ ਦਬਾਅ ਹੈ, ਵੱਧ ਭਾਰ ਹੈ। ਨੈਕਸਟ ਕੁਐਸਚਨ, ਸਰਕਨਸ਼ੀਲ ਰਗੜ ਸਥਿਤਿਕ ਰਗੜ ਨਾਲੋਂ ਘੱਟ ਕਿਉਂ ਹੁੰਦੀ ਹੈ? ਪਿਆਰੇ ਬੱਚਿਓ, ਜਦੋਂ ਕੋਈ ਵਸਤੂ ਵਿਰਾਮ ਅਵਸਥਾ ਵਿੱਚ ਹੈ ਤਾਂ ਵਸਤੂ ਅਤੇ ਧਰਤੀ ਦੀ ਸਤ੍ਹਾ ਦੇ ਵਿੱਚ ਉਹਨਾਂ ਦੋਨਾਂ ਦੀਆਂ ਸਤ੍ਹਾ ਦੀਆਂ ਅਨਿਯਮਤਾਵਾਂ ਦੇ ਕਾਰਨ ਅਨਿਯਮਤਾ ਕਾਰਨ ਰਗੜ ਵੱਧ ਹੋਵੇਗੀ। ਪਰੰਤੂ ਜੇ ਵਸਤੂ ਪਹਿਲਾਂ ਹੀ ਗਤੀ ਦੀ ਸਥਿਤੀ ਵਿੱਚ ਹੈ ਤਾਂ ਅਨਿਯਮਤਾਵਾਂ ਜਾਂ ਇਰੈਗੂਲਰਿਟੀਜ਼ ਨੂੰ ਇੱਕ ਦੂਜੇ ਦੇ ਵਿੱਚ ਫਸਣ ਦਾ ਵਧੇਰੇ ਮੌਕਾ ਨਹੀਂ ਮਿਲੇਗਾ, ਜਿਸ ਕਾਰਨ ਰਗੜ ਘੱਟ ਹੋ ਜਾਏਗੀ। ਇਸ ਲਈ ਸਰਕਨਸ਼ੀਲ ਰਗੜ ਸਥਿਤਿਕ ਰਗੜ ਤੋਂ ਘੱਟ ਹੁੰਦੀ ਹੈ। ਨੈਕਸਟ ਕੁਐਸਚਨ, ਰਗੜ ਕਿਸ ਤਰ੍ਹਾਂ ਦੁਸ਼ਮਣ ਅਤੇ ਮਿੱਤਰ ਦੋਵੇਂ ਹੈ? ਪਿਆਰੇ ਬੱਚਿਓ, ਆਪਾਂ ਬਹੁਤ ਹੀ ਚੰਗੀ ਤਰ੍ਹਾਂ ਰਗੜ ਦੇ ਫਾਇਦੇ ਵੀ ਪੜ੍ਹੇ ਹਨ ਅਤੇ ਰਗੜ ਦੇ ਨੁਕਸਾਨ ਵੀ ਪੜ੍ਹੇ ਹਨ। ਉਹੀ ਇਹਦੇ ਵਿੱਚ ਆਪਾਂ ਦੱਸਾਂਗੇ ਕਿ ਰਗੜ ਹਾਨੀਕਾਰਕ ਬਲ ਜ਼ਰੂਰ ਹੈ, ਪਰ ਇਸ ਦੇ ਸਾਨੂੰ ਬਹੁਤ ਸਾਰੇ ਲਾਭ ਵੀ ਹਨ। ਲਾਭ ਕੀ ਹਨ? ਰਗੜ ਚੱਲਣ ਵਿੱਚ ਮਦਦ ਕਰਦੀ ਹੈ। ਰਗੜ
ਚਲਦੀਆਂ ਵਸਤੂਆਂ ਜਾਂ ਚਲਦੇ ਵਾਹਨਾਂ ਨੂੰ ਬ੍ਰੇਕ ਲਗਾਉਣ ਵਿੱਚ ਮਦਦ ਕਰਦੀ ਹੈ। ਮੋਟਰਾਂ ਅਤੇ ਮਸ਼ੀਨ ਚਲਾਉਣ ਵਿੱਚ ਰਗੜ ਮਦਦ ਕਰਦੀ ਹੈ। ਮਾਚਿਸ ਦੀ ਤੀਲੀ ਬਾਲਣ ਵਿੱਚ ਰਗੜ ਮਦਦ ਕਰਦੀ ਹੈ। ਰਗੜ ਦੁਸ਼ਮਣ ਕਿਉਂ ਹੈ? ਇਸ ਦੇ ਨੁਕਸਾਨ ਕੀ ਹਨ? ਪਹਿਲਾ, ਇਸ ਦੇ ਨਾਲ ਵਸਤੂਆਂ ਘਸ ਜਾਂਦੀਆਂ ਹਨ। ਤਾਪ ਦੇ ਰੂਪ ਵਿੱਚ ਊਰਜਾ ਵੀ ਖਰਚ ਹੁੰਦੀ ਹੈ। ਮਸ਼ੀਨਾਂ ਦੀ ਕਾਰਜ ਸਮਰੱਥਾ ਵੀ ਘਟਦੀ ਹੈ। ਸੋ ਰਗੜ ਦੇ ਕੁਝ ਨੁਕਸਾਨ ਵੀ ਹਨ। ਪਿਆਰੇ ਬੱਚਿਓ, ਮੈਂ ਉਮੀਦ ਕਰਦੀ ਹਾਂ ਕਿ ਅੱਜ ਵਾਲਾ ਲੈਸਨ, ਅੱਜ ਦਾ ਲੈਕਚਰ ਤੁਹਾਨੂੰ ਬਹੁਤ ਹੀ ਚੰਗੀ ਤਰ੍ਹਾਂ ਸਮਝ ਆਇਆ ਹੋਵੇਗਾ। ਧੰਨਵਾਦ।